ਜਦੋਂ ਮੈਂ 12ਵੀਂ ਪਾਸ ਕਰ ਲਈ ਅਤੇ ਮੈਂ 19 ਸਾਲ ਦੀ ਹੋਈ ਤਾਂ ਮੇਰੇ ਪਾਪਾ ਨੇ ਮੈਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਮੇਰੀ ਮਾਂ ਰੋਜ਼ ਮੇਰੇ ਕਮਰੇ ਵਿੱਚ ਆਉਂਦੀ ਅਤੇ ਮੈਨੂੰ ਬੜੇ ਪਿਆਰ ਨਾਲ ਖਾਣਾ ਖਵਾਉਂਦੀ। ਉਸ ਖਾਣੇ ਨੂੰ ਖਾਂਦੇ ਹੀ ਮੈਨੂੰ ਫੌਰਨ ਨੀਂਦ ਆ ਜਾਂਦੀ। ਸੁਬਾਹ ਉੱਠਦੀ ਤਾਂ ਮੈਨੂੰ ਕੁਝ ਅਜੀਬ ਜਿਹਾ ਲੱਗਦਾ। ਇੱਕ ਦਿਨ ਮੈਂ ਬਹਾਨਾ ਬਣਾ ਕੇ ਭੁੱਖੀ ਸੌਂ ਗਈ, ਲੇਕਿਨ ਥੋੜ੍ਹੀ ਹੀ ਦੇਰ ਬਾਅਦ ਅੱਜ ਮੇਰੇ ਪਤੀ ਰਵੀ ਨੂੰ ਆਉਣ ਵਿੱਚ ਕਾਫੀ ਦੇਰ ਹੋ ਗਈ ਸੀ। ਰਾਤ ਦੇ 8 ਵੱਜ ਗਏ ਸੀ। ਅੱਗੇ ਉਹ ਸ਼ਾਮ ਨੂੰ 6 ਵਜੇ ਘਰ ਆ ਜਾਂਦੇ ਸੀ। ਥੋੜ੍ਹੀ ਦੇਰ ਬਾਅਦ ਦਰਵਾਜ਼ੇ 'ਤੇ ਕੋਈ ਆਇਆ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਰਵੀ ਬਿਨਾਂ ਨਮਸਤੇ ਕੀਤੇ ਤੇ ਬਿਨਾਂ ਮੇਰਾ ਹਾਲ ਚਾਲ ਪੁੱਛੇ ਘਰ ਦੇ ਅੰਦਰ ਆ ਗਏ ਤੇ ਬਹੁਤ ਹੀ ਗਰਮ ਦਿਖ ਰਹੇ ਸੀ। ਮੈਂ ਸਮਝ ਗਈ ਕਿ ਅਜਿਹੀ ਕੋਈ ਗੱਲ ਜ਼ਰੂਰ ਹੋਈ ਆ ਜਿਸ ਨਾਲ ਇਹ ਇੰਨਾ ਗੁੱਸੇ ਵਿੱਚ ਦਿਖਾਈ ਦੇ ਰਹੇ ਆ। ਉਹ ਘਰ ਆਉਂਦੇ ਹੀ ਸਿੱਧਾ ਮੇਰੀ ਬੇਟੀ ਰੀਨਾ ਦੇ ਕਮਰੇ ਵਿੱਚ ਚਲੇ ਗਏ। ਰੀਨਾ ਆਪਣੇ ਕਮਰੇ ਵਿੱਚ ਨਹੀਂ ਸੀ ਤਾਂ ਉਹ ਦੇਖ ਕੇ ਬੇਹੱਦ ਗੁੱਸੇ ਹੋਏ। ਉਹ ਮੇਰੇ ਉੱਤੇ ਚੀਕਣ ਲੱਗੇ ਕਿ ਰੀਨਾ ਇਸ ਵਕਤ ਰਾਤ ਨੂੰ ਕਿੱਥੇ ਗਈ ਆ। ਮੈਂ ਕਿਹਾ ਇੱਥੇ ਕਿਤੇ ਛੱਤ ਨੂੰ ਉੱਤੇ ਹੋਵੇਗੀ, ਇੰਨਾ ਕਿਉਂ ਚਲਾ ਰਹੇ ਹੋ। ਫਿਰ ਉਹ ਛੱਤ ਤੇ ਗਲੀ ਵਿੱਚ ਪਾਗਲਾਂ ਦੀ ਤਰ੍ਹਾਂ ਲੱਭਣ ਲੱਗੇ। ਉਹ ਬਾਥਰੂਮ ਵਿੱਚ ਗਈ ਹੋਈ ਸੀ। ਉਸ ਦੇ ਆਉਂਦੇ ਹੀ ਰਵੀ ਦਾ ਗੁੱਸਾ 7ਵੇਂ ਅਸਮਾਨ ਤੇ ਚਲਿਆ ਗਿਆ। ਉਹ ਰੀਨਾ ਦਾ ਹੱਥ ਫੜ ਕੇ ਦੂਜੇ ਕਮਰੇ ਵਿੱਚ ਲੈ ਗਏ। ਰੀਨਾ ਚਲਾਉਂਦੇ ਹੋਏ ਰਵੀ ਤੋਂ ਆਪਣਾ ਹੱਥ ਛਡਵਾਉਣ ਲੱਗੀ। ਰਵੀ ਬਹੁਤ ਹੀ ਗੁੱਸੇ ਵਿੱਚ ਸੀ। ਉਸਨੇ ਆਪਣੀ ਬੇਟੀ ਨੂੰ ਕਮਰੇ ਵਿੱਚ ਸੁੱਟਿਆ ਅਤੇ ਕੁੰਡੀ ਲਗਾ ਲਈ। ਰੀਨਾ ਦੀਆਂ ਚੀਕਾਂ ਗੁਆਂਢੀਆਂ ਤੱਕ ਜਾ ਰਹੀਆਂ ਸੀ। ਮੈਨੂੰ ਬਹੁਤ ਸ਼ਰਮ ਆ ਰਹੀ ਸੀ ਕਿ ਆਖਿਰ ਰਵੀ ਐਸਾ ਕਿਉਂ ਕਰ ਰਹੇ ਆ। ਮੈਂ ਰਵੀ ਉੱਤੇ ਬੋਲਣ ਅਤੇ ਚਲਾਉਣ ਲੱਗੀ ਕਿ ਤੁਸੀਂ ਜਵਾਨ ਕੁੜੀ ਨੂੰ ਇਸ ਤਰ੍ਹਾਂ ਕਿਉਂ ਕਰ ਰਹੇ ਹੋ। ਤੁਸੀਂ ਕੁੜੀ ਨੂੰ ਕਿਉਂ ਕਮਰੇ ਵਿੱਚ ਬੰਦ ਕੀਤਾ। ਉਹ ਬੋਲੇ, ਤੂੰ ਚੁੱਪ ਰਹਿ, ਜਿਸ ਗੱਲ ਦੀ ਸਮਝ ਹੀ ਨਹੀਂ ਉਸ ਤੇ ਨਹੀਂ ਬੋਲੀਦਾ। ਖਬਰਦਾਰ ਜੇ ਤੂੰ ਇਸ ਨੂੰ ਇਸ ਤਰ੍ਹਾਂ ਬਾਹਰ ਨਿਕਲਣ ਦਿੱਤਾ। ਮੇਰੀ ਇਜਾਜ਼ਤ ਦੇ ਬਗੈਰ ਰੀਨਾ ਇਸ ਕਮਰੇ ਵਿੱਚ ਹੀ ਕੈਦ ਰਹੇਗੀ। ਨਾ ਹੀ ਇਹ ਬਾਹਰ ਜਾਏਗੀ, ਨਾ ਹੀ ਕੋਈ ਇਸ ਨੂੰ ਮਿਲੇਗਾ। ਰਵੀ ਦੇ ਤੇਵਰ ਦੇਖ ਕੇ ਮੈਂ ਬਹੁਤ ਡਰ ਗਈ ਸੀ। ਮੈਨੂੰ ਸ਼ੱਕ ਹੋ ਰਿਹਾ ਸੀ ਕਿ ਰੀਨਾ ਰਵੀ ਦੀ ਸਕੀ ਬੇਟੀ ਵੀ ਆ ਜਾਂ ਨਹੀਂ। ਦਰਅਸਲ ਮੈਂ ਰੀਨਾ ਦੀ ਸੌਤੇਲੀ ਮਾਂ ਸੀ। ਉਸ ਦੇ ਬਾਪ ਨੇ ਮੇਰੇ ਨਾਲ ਦੂਜਾ ਵਿਆਹ ਕੀਤਾ ਸੀ। ਰੀਨਾ ਦੀ ਪਹਿਲੀ ਮਾਂ ਮਰ ਚੁੱਕੀ ਸੀ। ਉਹ ਆਪਣੀ ਮਾਂ ਨੂੰ ਯਾਦ ਕਰਕੇ ਬਹੁਤ ਰੋਂਦੀ। ਮੈਂ ਉਸ ਨੂੰ ਪਿਆਰ ਮੁਹੱਬਤ ਦੇਣ ਦੀ ਬਹੁਤ ਕੋਸ਼ਿਸ਼ ਕੀਤੀ ਸੀ, ਪਰ ਲੱਖ ਕੋਸ਼ਿਸ਼ ਦੇ ਬਾਅਦ ਵੀ ਉਹ ਮੇਰੇ ਨਾਲ ਘੁਲ ਮਿਲ ਨਾ ਸਕੀ। ਉਸ ਨੂੰ ਕਮਰੇ ਵਿੱਚ ਦੇਖ ਕੇ ਮੇਰਾ ਦਮ ਘੁੱਟਦਾ। ਮੈਂ ਰਵੀ ਦੀਆਂ ਬਹੁਤ ਮਿੰਨਤਾਂ ਕੀਤੀਆਂ ਕਿ ਤੁਸੀਂ ਉਸ ਨੂੰ ਕਮਰੇ ਵਿੱਚੋਂ ਕੱਢ ਦਿਓ, ਪਰ ਉਸ ਨੇ ਮੇਰੀ ਗੱਲ ਨਾ ਮੰਨੀ। ਉਹ ਦਿਨ ਰੀਨਾ ਆਪਣੇ ਕਮਰੇ ਵਿੱਚ ਚਲਾ ਚਲਾ ਕੇ ਰੋ ਰਹੀ ਸੀ। ਮੈਂ ਉਸ ਨੂੰ ਖਾਣਾ ਦੇਣ ਗਈ ਤਾਂ ਉਸ ਨੇ ਮੇਰੇ ਪੈਰ ਪਕੜ ਲਏ। ਕਿਹਾ, ਮੰਮੀ ਜੀ ਤੁਸੀਂ ਮੈਨੂੰ ਬਚਾ ਲਓ। ਪਾਪਾ ਤੋਂ ਪੁੱਛੋ ਮੇਰੀ ਕੀ ਗਲਤੀ ਆ। ਕੀ ਮੈਂ ਆਪਣੀਆਂ ਸਹੇਲੀਆਂ ਨਾਲ ਵੀ ਨਹੀਂ ਮਿਲ ਸਕਦੀ। ਉਹ ਮੇਰੇ ਪੈਰਾਂ ਵਿੱਚ ਪਈ ਰੋ ਰਹੀ ਸੀ। ਮੈਂ ਤੇਰੇ ਲਈ ਕੀ ਕਰ ਸਕਦੀ ਹਾਂ ਪੁੱਤਰ, ਤੂੰ ਜਾਣਦੀ ਤਾਂ ਆ। ਰਵੀ ਤਾਂ ਗੁੱਸਾ ਬਹੁਤ ਜ਼ਾਲਮ ਆ। ਉਸਨੇ ਮੈਨੂੰ ਵੀ ਨਹੀਂ ਛੱਡਣਾ ਜੇ ਮੈਂ ਤੈਨੂੰ ਇੱਥੋਂ ਕੱਢਣ ਦੀ ਕੋਸ਼ਿਸ਼ ਕੀਤੀ। ਕਮਰੇ ਵਿੱਚ ਇਹ ਗੱਲਾਂ ਕਰ ਰਹੀ ਸੀ ਕਿ ਫੋਨ ਦੀ ਘੰਟੀ ਵੱਜੀ। ਮੈਂ ਫੋਨ ਚੁੱਕਿਆ ਤਾਂ ਮੇਰੀ ਨਣਦ ਦਾ ਫੋਨ ਆਇਆ ਹੋਇਆ ਸੀ। ਉਸਨੇ ਕਿਹਾ, ਮੈਂ ਆਪਣੇ ਬੇਟੇ ਕਿਸ਼ਨ ਦਾ ਵਿਆਹ ਧਰ ਦਿੱਤਾ। ਲੜਕੀ ਵਾਲੇ ਜਲਦੀ ਵਿਆਹ ਮੰਗ ਰਹੇ ਆ ਤੇ ਤੁਸੀਂ ਜ਼ਰੂਰ ਆਉਣਾ। ਵਿਆਹ ਦੀ ਖਬਰ ਸੁਣ ਕੇ ਮੈਂ ਖੁਸ਼ ਹੋਈ ਤੇ ਸੋਚਿਆ ਕਿ ਰੀਨਾ ਨੂੰ ਆਪਣੇ ਨਾਲ ਲੈ ਕੇ ਜਾਊਂ। ਯਕੀਨਨ ਉਸਦੇ ਪਾਪਾ ਇੰਨੀ ਕਰੀਬੀ ਸ਼ਾਦੀ ਵਿੱਚ ਜਾਣ ਤੋਂ ਨਹੀਂ ਰੋਕਣਗੇ। ਸ਼ਾਮ ਨੂੰ ਰੀਨਾ ਦੇ ਪਾਪਾ ਘਰ ਆਏ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਦੀਦੀ ਦਾ ਫੋਨ ਆਇਆ ਸੀ। ਉਹਨਾਂ ਨੇ ਕਿਹਾ ਮੇਰੇ ਬੇਟੇ ਦੀ ਸ਼ਾਦੀ ਏ, ਆਪਾਂ ਰੀਨਾ ਨੂੰ ਨਾਲ ਲੈ ਕੇ ਚੱਲਾਂਗੇ। ਉਸਦੇ ਪਾਪਾ ਨੇ ਮਨਾ ਕਰ ਦਿੱਤਾ ਤੇ ਮੈਂ ਕਿਹਾ ਕਿ ਜੇ ਆਪਾਂ ਰੀਨਾ ਨੂੰ ਨਾ ਲੈ ਕੇ ਗਏ ਤਾਂ ਲੋਕਾਂ ਨੇ 100 ਤਰ੍ਹਾਂ ਦੀਆਂ ਗੱਲਾਂ ਕਰਨੀਆਂ, ਕਹਿਣਾ ਸਤੇਲੀ ਮਾਂ ਸੀ ਤਾਂ ਹੀ ਨਹੀਂ ਲੈ ਕੇ ਆਈ। ਉਹ ਕਹਿੰਦੇ ਠੀਕ ਆ, ਪਰ ਇੱਕ ਗੱਲ ਦਾ ਧਿਆਨ ਰੱਖੀ, ਰੀਨਾ ਕਿਤੇ ਚਲੀ ਨਾ ਜਾਵੇ। ਜੇਕਰ ਇਸ ਤਰ੍ਹਾਂ ਹੋ ਗਿਆ ਤਾਂ ਮੈਂ ਤੈਨੂੰ ਨਹੀਂ ਛੱਡਾਂਗਾ। ਰੀਨਾ ਕਾਫੀ ਤੇਜ਼ ਸੀ, ਪਰ ਆਖਿਰਕਾਰ ਰੀਨਾ ਬੇਟੀ ਦਾ ਕਸੂਰ ਕੀ ਸੀ ਇਹ ਨਹੀਂ ਦੱਸਿਆ। ਮੈਂ ਰੀਨਾ ਨੂੰ ਦੱਸਿਆ ਕਿ ਆਪਾਂ ਵਿਆਹ ਤੇ ਚੱਲਾਂਗੇ ਤੇਰੀ ਭੂਆ ਜੀ ਦੇ ਬੇਟੇ ਦਾ। ਰੀਨਾ ਨੇ ਕਿਹਾ, ਮੈਂ ਆਪਣੀਆਂ ਸਹੇਲੀਆਂ ਨੂੰ ਮਿਲਣਾ ਚਾਹੁੰਦੀ ਹਾਂ। ਮੈਂ ਕਿਹਾ ਕੋਈ ਗੱਲ ਨਹੀਂ, ਤੂੰ ਜਿਸ ਨੂੰ ਮਰਜ਼ੀ ਮਿਲ ਲਈ। ਵਿਆਹ ਵਾਲਾ ਦਿਨ ਆ ਗਿਆ ਅਤੇ ਅਸੀਂ ਵਿਆਹ ਤੇ ਚਲੇ ਗਏ। ਮੈਂ ਉਸ ਨੂੰ ਉਸਦੀਆਂ ਸਹੇਲੀਆਂ ਨਾਲ ਮਿਲਵਾਇਆ, ਪਰ ਉਹ ਬਹੁਤ ਬੇਤਾਬੀ ਨਾਲ ਕਿਸੇ ਹੋਰ ਦਾ ਇੰਤਜ਼ਾਰ ਕਰ ਰਹੀ ਸੀ। ਪਰ ਉਸ ਦਾ ਅੰਦਾਜ਼ ਦੱਸ ਰਿਹਾ ਸੀ ਕਿ ਉਹ ਕਿਸੇ ਨੂੰ ਕੁਝ ਦੱਸਣਾ ਚਾਹੁੰਦੀ ਸੀ। ਤਕਰੀਬਨ ਸ਼ਾਮ ਦੇ 7 ਵੱਜ ਗਏ ਤੇ ਸਾਰੇ ਲੋਕ ਬਰਾਤ ਲੈ ਕੇ ਜਾਣ ਲਈ ਗੱਡੀਆਂ ਵਿੱਚ ਬੈਠ ਗਏ। ਮੈਂ ਦੇਖਿਆ ਰੀਨਾ ਚੋਰੀ ਚੋਰੀ ਦੱਬੇ ਪੈਰੀਂ ਭੀੜ 'ਚੋਂ ਨਿਕਲ ਗਈ। ਜੇ ਮੈਂ ਰੀਨਾ ਨੂੰ ਪਿੱਛੋਂ ਆਵਾਜ਼ ਮਾਰਦੀ ਤਾਂ ਉਸ ਨੂੰ ਕੁਝ ਕਹਿੰਦੀ ਤਾਂ ਉਸਨੇ ਮੇਰੇ ਨਾਲ ਹੀ ਵਿਗੜ ਜਾਣਾ ਸੀ ਤੇ ਮੁਸ਼ਕਲ ਪੈਦਾ ਹੋ ਜਾਣੀ ਸੀ। ਮੈਨੂੰ ਸਮਝ ਆ ਰਿਹਾ ਸੀ ਕਿ ਇਹ ਪਿਆਰ ਮੁਹੱਬਤ ਦਾ ਮਾਮਲਾ ਤਾਂ ਨਹੀਂ ਆ। ਮੈਂ ਵੀ ਉਸਦੇ ਪਿੱਛੇ ਪਿੱਛੇ ਤੁਰ ਪਈ। ਰੀਨਾ ਆਟੋ ਵਿੱਚ ਬੈਠ ਕੇ ਚਲੀ ਗਈ।
ਮੈਂ ਵੀ ਉਸ ਦੇ ਪਿੱਛੇ ਪਿੱਛੇ ਹੀ ਆਟੋ ਵਿੱਚ ਜਾ ਰਹੀ ਸੀ। ਮੈਨੂੰ ਪਰੇਸ਼ਾਨੀ ਹੋਣ ਲੱਗੀ। ਮੈਂ ਸੋਚਿਆ, ਰੀਨਾ ਕਿਤੇ ਗੁੰਮ ਗਈ ਤਾਂ ਮੇਰਾ ਕੀ ਹੋਵੇਗਾ। ਉਹ ਆਟੋ ਉਸ ਥਾਂ 'ਤੇ ਚਲਾ ਗਿਆ ਜਿੱਥੇ ਸ਼ਰੀਫ ਲੋਕ ਨਹੀਂ ਜਾਂਦੇ। ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮੇਰੀ ਬੇਟੀ, ਜਾਣੀ ਕਿ ਰਵੀ ਦੀ ਬੇਟੀ, ਐਸਾ ਕੰਮ ਵੀ ਕਰ ਸਕਦੀ ਆ। ਰਾਤ ਦੇ ਹਨੇਰੇ ਵਿੱਚ ਉੱਥੇ ਆਈ ਜਿੱਥੇ ਸ਼ਰੀਫ ਲੋਕ ਉੱਥੋਂ ਦਾ ਨਾਂ ਲੈਣਾ ਵੀ ਪਸੰਦ ਨਹੀਂ ਕਰਦੇ। ਮੇਰੀ ਬੇਟੀ ਉੱਥੇ ਜਾ ਰਹੀ ਸੀ। ਟੈਕਸੀ ਵਾਲਾ ਸਮਝ ਗਿਆ ਕਿ ਇਹ ਕਿਹੜਾ ਇਲਾਕਾ। ਆਸੇ-ਪਾਸੇ ਗਾਣਿਆਂ ਦੀਆਂ ਆਵਾਜ਼ਾਂ ਤੇ ਸ਼ਰਾਬਾਂ ਦਾ ਇਸਤੇਮਾਲ। ਦਰਵਾਜ਼ੇ ਖਿੜਕੀਆਂ 'ਤੇ ਖੁਸ਼ਬੂ ਆ ਰਹੀ ਸੀ। ਇਹ ਅਜਾਸ਼ਖਾਨੇ ਦਾ ਸ਼ਹਿਰ ਸੀ। ਸਾਰੇ ਪਾਸੇ ਨਜ਼ਾਰੇ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਇਹ ਇਲਾਕਾ ਕਿਹੜਾ। ਆਟੋ ਬੰਗਲੇ ਦੇ ਸਾਹਮਣੇ ਜਾ ਕੇ ਰੁਕ ਗਿਆ ਸੀ। ਖੂਬਸੂਰਤ ਬੰਗਲੇ ਦੇ ਸਾਹਮਣੇ 2 ਸਿਕਿਉਰਿਟੀ ਗਾਰਡ ਸੀ। ਉਸ ਘਰ ਦੇ ਸਾਹਮਣੇ ਦਾ ਮਾਹੌਲ ਬਹੁਤ ਹੀ ਅਜੀਬ ਸੀ। ਮੈਂ ਆਟੋ ਵਾਲੇ ਨੂੰ ਕਿਹਾ, ਵੀਰ ਥੋੜਾ ਅੱਗੇ ਜਾ ਕੇ ਉਤਾਰ ਦੇ। ਉਹ ਮੈਨੂੰ ਕਹਿਣ ਲੱਗਿਆ, ਦੀਦੀ ਇਹ ਮੁਹੱਲਾ ਤੁਹਾਡੇ ਲਈ ਸੇਫ ਨਹੀਂ। ਤੁਸੀਂ ਸ਼ਰੀਫ ਘਰਾਣੇ ਦੀ ਔਰਤ ਲੱਗਦੇ ਹੋ। ਮੈਂ ਤਾਂ ਆਪ ਨੂੰ ਇਹੀ ਕਹੂੰਗਾ ਕਿ ਤੁਸੀਂ ਉੱਥੇ ਨਾ ਜਾਓ। ਤੁਹਾਨੂੰ ਮੁਸ਼ਕਲ ਆ ਸਕਦੀ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਉਸ ਲੜਕੀ ਦੇ ਪਿੱਛੇ ਪਿੱਛੇ ਆਏ ਹੋ। ਜਦੋਂ ਇਹ ਇੱਥੋਂ ਨਿਕਲਣਗੇ ਤਾਂ ਤੁਸੀਂ ਉਦੋਂ ਇਹਨਾਂ ਨਾਲ ਗੱਲ ਕਰ ਲਓ, ਪਰ ਅੰਦਰ ਜਾਣਾ ਸਹੀ ਨਹੀਂ। ਤੁਹਾਡੇ ਲਈ ਮੈਨੂੰ ਡਰਾਈਵਰ ਦੀ ਗੱਲ ਸਹੀ ਲੱਗੀ। ਮੈਂ ਇਹੋ ਜਿਹੇ ਮਾਹੌਲ ਵਿੱਚ ਕਦੇ ਨਹੀਂ ਆਈ ਗਈ ਸੀ। ਮੈਂ ਬਾਹਰ ਖੜ ਕੇ ਉਸ ਦਾ ਇੰਤਜ਼ਾਰ ਕਰਨ ਲੱਗੀ, ਮਗਰ ਬੰਗਲੇ ਦੇ ਸਾਹਮਣੇ 2 ਸਿਕਿਉਰਿਟੀ ਗਾਰਡ ਖੜਿਆਂ ਨੇ ਸਾਨੂੰ ਦੇਖ ਲਿਆ। ਉਹਨਾਂ ਨੇ ਸਾਨੂੰ ਇੱਥੋਂ ਜਾਣ ਲਈ ਕਿਹਾ। ਡਰਾਈਵਰ ਨੇ ਬਾਡੀਗਾਰਡ ਤੋਂ ਬਚਣ ਲਈ ਕੋਈ ਮਸ਼ਹੂਰ ਲੀਲਾਬਾਈ ਦਾ ਨਾਂ ਲੈ ਦਿੱਤਾ। ਕਿਹਾ ਮੈਂ ਉਹਨਾਂ ਦਾ ਇੰਤਜ਼ਾਰ ਕਰ ਰਿਹਾ। ਫਿਰ ਬਾਡੀਗਾਰਡਾਂ ਨੇ ਮੈਨੂੰ ਦੇਖ ਲਿਆ, ਪਰ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ। 1 ਘੰਟਾ ਬੀਤ ਗਿਆ ਪਰ ਰੀਨਾ ਅਜੇ ਤੱਕ ਬਾਹਰ ਨਾ ਆਈ। ਮੇਰੇ ਹੱਥ ਪੈਰ ਸੁੰਨ ਹੋਣ ਲੱਗੇ। ਮੈਂ ਡਰਾਈਵਰ ਨੂੰ ਕਿਹਾ, ਮੈਂ ਅੰਦਰ ਜਾ ਕੇ ਦੇਖ ਕੇ ਆਉਣੀ ਆ। ਡਰਾਈਵਰ ਨੇ ਕਿਹਾ, ਇਹ ਬਹੁਤ ਗਰਮ ਦਿਮਾਗ ਦੇ ਹਨ। ਜੋ ਅੰਦਰ ਚਲਿਆ ਗਿਆ ਉਸ ਦੇ ਲਈ ਬਾਹਰ ਦੇ ਰਸਤੇ ਬੰਦ ਹੋ ਜਾਂਦੇ ਨੇ। ਡਰਾਈਵਰ ਨੇ ਕਿਹਾ, ਇਹ ਤੁਹਾਡੇ ਲਈ ਵਧੀਆ ਹੈ ਕਿ ਤੁਸੀਂ ਘਰੇ ਚਲੇ ਜਾਓ। ਮੈਂ ਡਰਾਈਵਰ ਦੇ ਆਖੇ ਲੱਗ ਕੇ ਘਰ ਆ ਗਈ, ਪਰ ਮੇਰੇ ਦਿਲ ਦੀ ਦੁਨੀਆ ਲੁੱਟੀ ਗਈ ਸੀ। ਸਮਝ ਨਹੀਂ ਆ ਰਿਹਾ ਸੀ ਕਿ ਮੈਂ ਰਵੀ ਨੂੰ ਕੀ ਦੱਸੂੰਗੀ ਤੇ ਰੀਨਾ ਕਿੱਧਰ ਗਈ। ਫਿਰ ਮੈਂ ਇਹ ਗੱਲ ਆਪਣੀ ਇੱਕ ਸਹੇਲੀ ਨਾਲ ਸਾਂਝੀ ਕੀਤੀ। ਮੇਰੀ ਸਹੇਲੀ ਨੇ ਮੈਨੂੰ ਤਸੱਲੀ ਦਿੱਤੀ ਤੇ ਕਿਹਾ, ਅਜਿਹੇ ਮਾਮਲਿਆਂ ਵਿੱਚ ਲੜਕੀਆਂ ਲੜਕਿਆਂ 'ਤੇ ਇਤਬਾਰ ਨਹੀਂ ਕਰਦੀਆਂ, ਪਰ ਵਧੀਆ ਗੱਲ ਇਹ ਹੈ ਕਿ ਤੂੰ ਉਸ ਕੋਠੀ ਦਾ ਪਤਾ ਜਾਣਦੀ ਆ। ਹੁਣ ਆਪਾਂ ਉਸ ਨੂੰ ਉੱਥੋਂ ਲੈ ਕੇ ਆਵਾਂਗੇ। ਪੁਲਿਸ ਦੀ ਮਦਦ ਨਾਲ ਕਾਰਵਾਈ ਵੀ ਕਰਵਾ ਸਕਦੇ ਹਾਂ। ਪਰ ਮੈਂ ਇਹ ਜਾਣਦੀ ਸੀ ਕਿ ਰੀਨਾ ਕਿਸੇ ਨੂੰ ਪਿਆਰ ਨਹੀਂ ਕਰਦੀ। ਜੇ ਉਸਨੇ ਕਿਸੇ ਲੜਕੇ ਨਾਲ ਸ਼ਾਦੀ ਕਰਨੀ ਹੁੰਦੀ ਤਾਂ ਉਹ ਆਪਣੇ ਪਾਪਾ ਨੂੰ ਜ਼ਰੂਰ ਦੱਸਦੀ, ਪਰ ਕੋਈ ਅਜਿਹਾ ਉਹਨਾਂ ਵਿੱਚ ਜ਼ਰੂਰ ਸੀ ਜਿਸ ਨਾਲ ਉਹ ਗੱਲਾਂ ਨਹੀਂ ਕਰਦੇ ਸੀ। ਮੇਰੇ ਆਉਣ 'ਤੇ ਉਹ ਦੋਨੋਂ ਚੁੱਪ ਹੋ ਜਾਂਦੇ ਸੀ। ਰੀਨਾ ਦੇ ਪਾਪਾ ਵੀ ਘਰ ਆ ਗਏ ਤੇ ਪੁੱਛਣ ਲੱਗੇ ਕਿ ਰੀਨਾ ਤੇਰੇ ਨਾਲ ਆ ਗਈ। ਮੈਂ ਉਹਨਾਂ ਨੂੰ ਸਾਰੀ ਕਹਾਣੀ ਸੁਣਾ ਦਿੱਤੀ ਤੇ ਉਹ ਗੁੱਸੇ ਵਿੱਚ ਮੈਨੂੰ ਬੁਰਾ ਭਲਾ ਕਹਿਣ ਲੱਗੇ। ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਨੂੰ ਥਾਣੇ ਚੱਲਣਾ ਚਾਹੀਦਾ। ਰਵੀ ਨੇ ਕਿਹਾ, ਅਜਿਹਾ ਨਹੀਂ ਕਰਨਾ, ਪਹਿਲਾਂ ਮੈਂ ਉੱਥੇ ਖੁਦ ਜਾਵਾਂਗਾ। ਰਵੀ ਨੂੰ ਉਸ ਜਗ੍ਹਾ ਦਾ ਪਤਾ ਨਹੀਂ ਸੀ ਜਿੱਥੇ ਮੈਂ ਗਈ ਸੀ, ਪਰ ਮੈਂ ਹੈਰਾਨ ਰਹਿ ਗਈ ਕਿ ਜਦੋਂ ਉਹਨਾਂ ਨੇ ਮੈਨੂੰ ਕਿਹਾ, ਮੈਂ ਸਭ ਜਾਣਦਾ ਉਹ ਲੀਲਾਬਾਈ ਦੇ ਮਸ਼ਹੂਰ ਬਾਜ਼ਾਰ ਵਿੱਚ ਕਿਸ ਦੇ ਕੋਲ ਗਈ ਆ ਤੇ ਇਹ ਵੀ ਜਾਣਦਾ ਕਿ ਉਹ ਕਿਸ ਕੰਮ ਲਈ ਗਈ ਆ। ਉਹ ਇਕੱਲੇ ਹੀ ਰੀਨਾ ਨੂੰ ਲੈਣ ਚਲੇ ਗਏ। ਮੈਂ ਰਵੀ ਦੀਆਂ ਗੱਲਾਂ 'ਤੇ ਗੌਰ ਕਰਨ ਲੱਗੀ ਕਿ ਲੀਲਾਬਾਈ ਦੇ ਕੋਠੇ ਵਿੱਚ ਅਜਿਹਾ ਕੀ ਆ ਜਿੱਥੇ ਬੇਟੀ ਵੀ ਜਾ ਕੇ ਬੈਠ ਗਈ ਤੇ ਬਾਪ ਨੂੰ ਵੀ ਉਸ ਦੇ ਟਿਕਾਣੇ ਦਾ ਪਤਾ। ਮੇਰੇ ਮਨ ਵਿੱਚ ਖਿਆਲ ਆਇਆ ਕਿ ਸ਼ਾਇਦ ਰੀਨਾ ਰਵੀ ਦੀ ਸਕੀ ਬੇਟੀ ਨਾ ਹੋਵੇ। ਇੰਨੇ ਨੂੰ ਰਾਤ ਦਾ 1 ਵੱਜ ਗਿਆ ਤੇ ਦਰਵਾਜ਼ੇ 'ਤੇ ਕੋਈ ਆਇਆ। ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਰੀਨਾ ਅਤੇ ਰਵੀ ਖੜੇ ਸੀ। ਨਾਲ ਉਹਨਾਂ ਦੇ ਅਧੇੜ ਉਮਰ ਦੀ ਔਰਤ ਸੀ ਜੋ ਤਕਰੀਬਨ 40 ਸਾਲ ਦੀ ਸੀ। ਚਿਹਰੇ 'ਤੇ ਕਾਫੀ ਜ਼ਿਆਦਾ ਝੁਰੜੀਆਂ ਸੀ। ਉਹ ਉਦਾਸ ਅਤੇ ਬਿਮਾਰ ਦਿਖਾਈ ਦੇ ਰਹੀ ਸੀ। ਰਵੀ ਆਪਣੇ ਕਮਰੇ ਵਿੱਚ ਚਲਿਆ ਗਿਆ। ਰੀਨਾ ਅਤੇ ਉਸ ਔਰਤ ਦੂਜੇ ਕਮਰੇ ਵਿੱਚ ਚਲੀਆਂ ਗਈਆਂ। ਮੈਂ ਉਹਨਾਂ ਦੀਆਂ ਗੱਲਾਂ ਸੁਣਨ ਲਈ ਪਿੱਛੇ ਪਿੱਛੇ ਚਲੀ ਗਈ। ਰੀਨਾ ਅਤੇ ਉਹ ਔਰਤ ਇੱਕ ਦੂਜੇ ਨੂੰ ਲਿਪਟ ਕੇ ਰੋ ਰਹੀਆਂ ਸੀ। ਮੈਂ ਉਹਨਾਂ ਨੂੰ ਛੱਡ ਕੇ ਰਵੀ ਕੋਲ ਆ ਗਈ। ਰਵੀ ਮੇਰੇ ਨਾਲ ਬਹੁਤ ਜ਼ਿਆਦਾ ਨਾਰਾਜ਼ ਸੀ। ਫਿਰ ਮੈਂ ਕਿਚਨ ਵਿੱਚ ਆ ਗਈ। ਰੀਨਾ ਨੇ ਉੱਥੇ ਆ ਕੇ ਨਾਸ਼ਤਾ ਬਣਾਉਣ ਲੱਗੀ ਤੇ ਮੈਨੂੰ ਕਿਹਾ, ਮੇਰੇ ਨਾਲ ਜਲਦੀ ਜਲਦੀ ਨਾਸ਼ਤਾ ਬਣਾ ਦਿਓ, ਉਹਨਾਂ ਦੀ ਹਾਲਤ ਠੀਕ ਨਹੀਂ ਹੈ। ਮੈਂ ਪੁੱਛਿਆ, ਕਿਸ ਦੀ ਹਾਲਤ ਠੀਕ ਨਹੀਂ? ਤਾਂ ਰੀਨਾ ਨੇ ਕਿਹਾ, ਚੁੱਪ ਕਰਕੇ ਜਲਦੀ ਜਲਦੀ ਨਾਸ਼ਤਾ ਤਿਆਰ ਕਰਵਾਓ। ਉਹ ਜਲਦੀ ਜਲਦੀ ਨਾਸ਼ਤਾ ਅਤੇ ਚਾਹ ਆਪਣੇ ਕਮਰੇ ਵਿੱਚ ਲੈ ਗਈ। ਫਿਰ 2 ਮਿੰਟ ਬਾਅਦ ਉਸ ਦੇ ਕਮਰੇ ਵਿੱਚੋਂ ਚੀਕਣ ਦੀਆਂ ਆਵਾਜ਼ਾਂ ਆਈਆਂ। ਮੈਂ ਭੱਜ ਕੇ ਗਈ ਤਾਂ ਦੇਖਿਆ ਕਿ ਉਹ ਉਸ ਔਰਤ ਦੇ ਸੀਨੇ ਉੱਤੇ ਸਿਰ ਰੱਖ ਕੇ ਰੋ ਰਹੀ ਸੀ। ਉਸ ਔਰਤ ਦਾ ਚਿਹਰਾ ਇੱਕ ਪਾਸੇ ਝੁਕਿਆ ਹੋਇਆ ਸੀ ਤੇ ਉਸ ਦੀਆਂ ਅੱਖਾਂ ਪੱਥਰ ਹੋ ਗਈਆਂ ਸੀ। ਉਹ ਇਸ ਦੁਨੀਆ ਵਿੱਚ ਨਹੀਂ ਰਹੀ। ਮੈਂ ਇਹਨਾਂ ਨੂੰ ਬੜੀ ਮੁਸ਼ਕਲ ਨਾਲ ਸੰਭਾਲਿਆ। ਉਹ ਔਰਤ ਮਰ ਚੁੱਕੀ ਸੀ। ਉਸ ਦੀ ਜ਼ਿੰਦਗੀ ਦੇ ਸਾਹ ਪੂਰੇ ਹੋ ਚੁੱਕੇ ਸੀ। ਮੈਂ ਜਾ ਕੇ ਰਵੀ ਨੂੰ ਦੱਸਿਆ ਤਾਂ ਰਵੀ ਨੇ ਗੁੱਸੇ ਵਿੱਚ ਕਿਹਾ,
ਉਸ ਔਰਤ ਬਾਰੇ ਮੇਰੇ ਕੋਲ ਕੋਈ ਗੱਲ ਨਾ ਕਰ ਤੇ ਰੀਨਾ ਨੂੰ ਵੀ ਚੀਕਣ ਨਾ ਦੇ, ਬਲਕਿ ਰੀਨਾ ਨੂੰ ਸਬਰ ਕਰਨ ਨੂੰ ਕਹਿ। ਮੈਂ ਹੈਰਾਨ ਹੋਈ ਕਿ ਰਵੀ ਉਸ ਔਰਤ ਦੀ ਮੌਤ ਦੀ ਖਬਰ ਸੁਣ ਕੇ ਵੀ ਨਾਰਮਲ ਸੀ। ਥੋੜ੍ਹੀ ਦੇਰ ਬਾਅਦ ਰਵੀ ਘਰ ਆਇਆ ਤੇ ਉਹਨਾਂ ਨਾਲ 2-3 ਲੋਕ ਹੋਰ ਸੀ। ਉਹਨਾਂ ਨੇ ਉਸ ਔਰਤ ਨੂੰ ਚੁੱਕਿਆ ਤੇ ਰਵੀ ਆਪਣੀ ਗੱਡੀ ਵਿੱਚ ਪਾ ਕੇ ਕਿਧਰੇ ਲੈ ਗਏ। ਰੀਨਾ ਨੂੰ ਉਸ ਕਮਰੇ ਵਿੱਚ ਫਿਰ ਤੋਂ ਬੰਦ ਕਰ ਦਿੱਤਾ। ਮੈਨੂੰ ਰੀਨਾ 'ਤੇ ਬਹੁਤ ਤਰਸ ਆ ਰਿਹਾ ਸੀ। ਲੱਗਦਾ ਸੀ ਉਸ ਔਰਤ ਨਾਲ ਰੀਨਾ ਦਾ ਗਹਿਰਾ ਰਿਸ਼ਤਾ ਸੀ। ਮੇਰੀ ਹਾਲਤ ਵੀ ਉਸ ਨੂੰ ਦੇਖ ਕੇ ਬਹੁਤ ਰੋ ਰਹੀ ਸੀ, ਕਿਉਂਕਿ ਇਹ ਦੋਨੋਂ ਹੀ ਮੇਰੇ ਕੋਲੋਂ ਗੱਲਾਂ ਛੁਪਾ ਰਹੇ ਸੀ। 3 ਦਿਨ ਤੋਂ ਘਰ ਵਿੱਚ ਮਾਯੂਸੀ ਛਾਈ ਹੋਈ ਸੀ। ਮੈਂ ਰੀਨਾ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਹ ਮੇਰੇ ਨਾਲ ਲਿਪਟ ਕੇ ਰੋਣ ਲੱਗੀ। ਮੈਂ ਪੁੱਛਿਆ, ਕੀ ਹੋਇਆ ਮੇਰੀ ਬੱਚੀ? ਤੂੰ ਤੇ ਰਵੀ ਮੈਨੂੰ ਕਿਉਂ ਨਹੀਂ ਦੱਸਦੇ? ਉਹ ਔਰਤ ਕੌਣ ਸੀ? ਫਿਰ ਰੀਨਾ ਨੇ ਰੋ ਰੋ ਕੇ ਦੱਸਿਆ ਕਿ ਉਹ ਔਰਤ ਮੇਰੀ ਮਾਂ ਸੀ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਰਵੀ ਨੇ ਮੇਰੇ ਨਾਲ ਵਿਆਹ ਇਹ ਕਹਿ ਕੇ ਕਰਵਾਇਆ ਸੀ ਕਿ ਉਸ ਦੀ ਪਹਿਲੀ ਪਤਨੀ ਮਰ ਚੁੱਕੀ ਹੈ। ਇਸ ਗੱਲ ਦਾ ਮੇਰੇ ਦਿਲ 'ਤੇ ਵੀ ਗਹਿਰਾ ਸਦਮਾ ਲੱਗਿਆ, ਪਰ ਉਸ ਵਕਤ ਰੀਨਾ ਨੂੰ ਸੰਭਾਲਣਾ ਬਹੁਤ ਜ਼ਰੂਰੀ ਸੀ। ਰੀਨਾ ਦੇ ਰੋ ਰੋ ਅੱਖਾਂ ਦੇ ਹੇਠਾਂ ਕਾਲੇ ਘੇਰੇ ਪੈ ਚੁੱਕੇ ਸੀ। ਜਦੋਂ ਰਵੀ ਘਰ ਆਏ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਮੇਰੇ ਤੋਂ ਇੰਨੀ ਵੱਡੀ ਗੱਲ ਕਿਉਂ ਛੁਪਾਈ? ਤਾਂ ਉਹਨਾਂ ਨੇ ਕਿਹਾ, ਮੈਂ ਤੇਰੇ ਤੋਂ ਛੁਪਾਉਣਾ ਨਹੀਂ ਚਾਹੁੰਦਾ ਸੀ, ਲੇਕਿਨ ਸਮੱਸਿਆ ਹੀ ਕੁਝ ਅਜਿਹੀ ਸੀ। ਮੈਂ ਉਸ ਔਰਤ ਨੂੰ ਬਹੁਤ ਨਫ਼ਰਤ ਕਰਦਾ ਸੀ ਜਿਸ ਨੇ ਮੇਰੀ ਬੇਟੀ ਦਾ ਖਿਆਲ ਨਹੀਂ ਕੀਤਾ ਅਤੇ ਆਪਣੇ ਵਿਆਹ ਤੋਂ ਕੁਝ ਹੀ ਮਹੀਨੇ ਬਾਅਦ ਆਪਣੇ ਕੋਠੇ ਚਲੀ ਗਈ। ਮੈਂ ਇੱਜ਼ਤ ਨਾਲ ਉਸ ਨੂੰ ਵਿਆਹ ਕੇ ਆਪਣੇ ਘਰੇ ਲਿਆਇਆ ਸੀ। ਮੈਂ ਉਸ ਔਰਤ ਨੂੰ ਇੰਨੀ ਇੱਜ਼ਤ ਦਿੱਤੀ, ਦੁਨੀਆ ਦੀ ਦੌਲਤ ਉਸ ਦੇ ਪੈਰਾਂ ਵਿੱਚ ਰੱਖ ਦਿੱਤੀ, ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਈ। ਮੈਂ ਉਸ ਨੂੰ ਇਸ ਸਮਾਜ ਵਿੱਚ ਇੱਜ਼ਤ ਨਾਲ ਰਹਿਣ ਦਾ ਮੌਕਾ ਦਿੱਤਾ। ਉਸ ਨੇ ਆਪ ਹੀ ਬੇਟੀ ਦਾ ਖਿਆਲ ਵੀ ਨਾ ਕੀਤਾ। ਉਸ ਨੂੰ ਵੀ ਆਪਣੇ ਇਸ ਹਵਸ ਦੇ ਸ਼ਿਕਾਰ ਵਿੱਚ ਧੱਕਣਾ ਚਾਹਿਆ। ਮੇਰੀ ਬੇਟੀ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ, ਪਰ ਉਹ ਉਸ ਤਰ੍ਹਾਂ ਨਹੀਂ ਬਣਨਾ ਚਾਹੁੰਦੀ ਸੀ। ਉਹ ਹਮੇਸ਼ਾ ਆਪਣੀ ਮਾਂ ਨੂੰ ਲੱਭਦੀ। ਇੱਕ ਵਾਰ ਪਤਾ ਨਹੀਂ ਕਿਹੜੇ ਕੰਮਬਖਤ ਨੌਕਰ ਨੇ ਉਸ ਨੂੰ ਦੱਸ ਦਿੱਤਾ ਕਿ ਉਸ ਦੀ ਮਾਂ ਬਜ਼ਾਰੂ ਔਰਤ ਆ। ਮੇਰੀ ਬੇਟੀ ਉਸ ਆਦਮੀ ਦੀਆਂ ਮਿੰਨਤਾਂ ਕਰਨ ਲੱਗੀ। ਉਸ ਦੇ ਜ਼ਰੀਏ ਉਹ ਆਪਣੀ ਮਾਂ ਤੱਕ ਪਹੁੰਚ ਗਈ। ਉਸ ਦੀ ਮਾਂ ਉਸ ਨੂੰ ਰਾਤ ਨੂੰ ਖਾਣੇ ਵਿੱਚ ਕੋਈ ਨਸ਼ੀਲੀ ਚੀਜ਼ ਮਿਲਾ ਕੇ ਖਿਲਾ ਦਿੰਦੀ ਤੇ ਉਹ ਸੌਂ ਜਾਂਦੀ। ਉਸ ਤੋਂ ਬਾਅਦ ਪਤਾ ਨਹੀਂ ਉਸ ਨਾਲ ਉਹ ਕੀ ਕਰਵਾਉਂਦੀ। ਮੈਨੂੰ ਪਤਾ ਲੱਗ ਗਿਆ ਤੇ ਮੈਂ ਉਸ ਨੂੰ ਘਰ ਲੈ ਆਇਆ। ਘਰੇ ਲਿਆ ਕੇ ਮੈਂ ਉਸ ਨੂੰ ਜਿੰਦਾ ਲਾ ਕੇ ਰੱਖਿਆ। ਉਹ ਤਾਂ ਸ਼ੁਕਰ ਉਸ ਦਿਨ ਤੈਨੂੰ ਵੀ ਪਤਾ ਲੱਗ ਗਿਆ ਤੇ ਮੈਂ ਮੌਕੇ 'ਤੇ ਪਹੁੰਚ ਗਿਆ। ਮੈਂ ਉਸ ਨੂੰ ਉੱਥੋਂ ਬਹੁਤ ਜ਼ਬਰਦਸਤੀ ਲੈ ਕੇ ਆਇਆ। ਉੱਥੋਂ ਆਉਣ ਨੂੰ ਇਹ ਵੀ ਤਿਆਰ ਨਹੀਂ ਸੀ ਤਾਂ ਉਹ ਕੰਮਬਖਤ ਔਰਤ ਨੂੰ ਵੀ ਨਾਲ ਲਿਆਉਣਾ ਪਿਆ, ਜਿਸ ਨੇ ਸਾਨੂੰ ਦੋਹਾਂ ਬਾਪ ਬੇਟੀ ਨੂੰ ਬਰਬਾਦ ਕੀਤਾ ਸੀ। ਉਸ ਔਰਤ ਦੀ ਇਹ ਸਜ਼ਾ ਸੀ। ਪਤਾ ਨਹੀਂ ਉਹ ਕਿਹੜੀ ਬਿਮਾਰੀ ਦਾ ਸ਼ਿਕਾਰ ਹੋ ਗਈ ਸੀ। ਰੱਬ ਦਾ ਸ਼ੁਕਰ ਹੈ ਮੇਰਾ ਤੇ ਮੇਰੀ ਬੇਟੀ ਦਾ ਉਸ ਔਰਤ ਤੋਂ ਛੁਟਕਾਰਾ ਪਿਆ। ਹੁਣ ਮੈਂ ਰੀਨਾ ਦੇ ਮੂੰਹ 'ਚੋਂ ਉਸ ਔਰਤ ਦਾ ਨਾਂ ਨਹੀਂ ਸੁਣਨਾ ਚਾਹੁੰਦਾ ਤੇ ਇਹ ਜ਼ਿੰਮੇਵਾਰੀ ਤੇਰੀ ਆ। ਰਵੀ ਨੇ ਇਹ ਕਹਿ ਕੇ ਮੇਰੇ ਮੋਢਿਆਂ 'ਤੇ ਬਹੁਤ ਵੱਡਾ ਬੋਝ ਰੱਖ ਦਿੱਤਾ। ਮੈਂ ਅੱਜ ਵੀ ਇਹ ਕਸ਼ਮਕਸ਼ ਵਿੱਚ ਹਾਂ ਕਿ ਮੈਂ ਉਸ ਦੇ ਦਿਲ ਵਿੱਚ ਆਪਣੀ ਜਗ੍ਹਾ ਕਿਵੇਂ ਬਣਾਵਾਂ। ਉਸ ਦੇ ਦਿਲ ਵਿੱਚ ਆਪਣੀ ਮਾਂ ਲਈ ਮੁਹੱਬਤ ਸੀ, ਪਰ ਉਹ ਮੈਨੂੰ ਆਪਣਾ ਦੁਸ਼ਮਣ ਸਮਝਦੀ ਸੀ। ਹੁਣ ਤੁਸੀਂ ਹੀ ਦੱਸੋ ਮੈਂ ਕੀ ਕਰਾਂ? ਸੋ ਇਹ ਸੀ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।